ਸਲਾਮੁਅਲੈਕਮ। ਲੋ ਜਨਾਬ, ਤੁਹਾਨੂੰ ਨਾ ਦਸੀਏ ਵਾਟਰ ਟਰੀਟਮੈਂਟ ਪਲਾਂਟ ਜਿਹੜਾ ਉਹ ਕਿਸ ਤਰ੍ਹਾਂ ਲੱਗਦਾ ਹੈ ਔਰ ਉਹਦਾ ਕੀ ਤਰੀਕਾਕਾਰ ਹੈ ਔਰ ਉਹਦੀਆਂ ਮੁਸ਼ਕਲਾਂ ਕੀ ਨੇ ਔਰ ਉਹਦੇ ਮਾਮਲਾਤ ਕੀ ਨੇ ਔਰ ਉਹ ਕਿਸ ਤਰ੍ਹਾਂ ਲਾਣਾ ਚਾਹੀਦਾ ਔਰ ਉਹਦੇ ਨਾਲ ਜਿਸ ਤਰ੍ਹਾਂ ਇਹਦੀ ਪ੍ਰੋਗਰੈਸ ਔਰ ਜਿਸ ਤਰ੍ਹਾਂ ਇਹਦੇ ਮਾਮਲਾਤ ਨੇ ਉਹ ਸਾਰੇ ਤੁਹਾਡੇ ਨਾਲ ਡਿਸਕਸ ਕਰਨੇ ਆ ਔਰ ਹਾਜ਼ਰਾਂ ਨਾਲ ਵੀ ਮੁਲਾਕਾਤ ਤੁਹਾਡੀ ਕਰਾਉਂਦੇ ਆ ਕਿ ਬਈ ਇਹ ਕਿਸ ਤਰ੍ਹਾਂ ਜਨਾਬ ਮੇਰੀ ਸਾਰਾ ਸਿਸਟਮ ਜਿਹੜਾ ਸੈਟਅਪ ਜਿਹੜਾ ਲਾਣੇ ਵਾਸਤੇ ਬੜਾ ਆਸਾਨ ਔਰ ਬੜਾ ਹੀ ਈਜ਼ੀ, ਲੇਕਿਨ ਇਹਦੇ ਵਿੱਚ ਜਿਹੜੇ ਵਿੱਚ ਮਾਫੀਆ ਜਾਂ ਉਹਨੂੰ ਤੁਸੀਂ ਕੀ ਲਫ਼ਜ਼ ਦਿਓ ਦੇ ਕਿ ਵੀ ਜਿਹੜੇ ਬਗੈਰ ਕਿਸੇ ਵਜ੍ਹਾ ਤੋਂ ਸਾਡੇ ਮੁਲਕ ਦੇ ਵਿੱਚ ਦੁਨੀਆ ਦੀ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜੀ ਨਾਮੁਮਕਿਨ ਹੋਵੇ ਔਰ ਇੰਨੀ ਈਜ਼ੀ, ਇੰਨੀ ਸੌਖੀ ਔਰ ਇੰਨੀ ਆਸਾਨ ਤਰੀਕੇ ਨਾਲ ਚਲਦੀ ਏ, ਬਣਦੀ ਹੈ ਮੌਜੂਦ ਕੁਦਰਤੀ ਤੌਰ 'ਤੇ ਅੱਲਾਹ ਤਾਲਾ ਨੇ ਇਤਨੀਆਂ ਨੇਮਤਾਂ ਤੋਂ ਸਾਨੂੰ ਨਵਾਜ਼ਿਆ ਹੈ। ਲੇਕਿਨ ਇੱਥੇ ਗ੍ਰਿਫਤ ਜਿਨ੍ਹਾਂ ਲੋਕਾਂ ਦੀ ਔਰ ਜਿਨ੍ਹਾਂ ਲੋਕਾਂ ਨੂੰ ਅਸੀਂ ਬਿਠਾ ਦਿੱਤਾ ਹੈ ਉਸ ਮਕਾਮ 'ਤੇ ਕਿ ਜਿਸ ਦੇ ਉਹ ਕਾਬਲ ਨਹੀਂ, ਜਿਹਦੀ ਵਜ੍ਹਾ ਨਾਲ ਉਹ ਸਿਰਫ ਸਾਨੂੰ ਨਹੀਂ ਪੂਰੀ ਸਮਝ ਲਓ ਕਿ ਮੁਲਕ ਨੂੰ ਇਹਦਾ ਨੁਕਸਾਨ ਔਰ ਗੈਰ ਜ਼ਿੰਮੇਦਾਰਾਂ ਜਿਹੜੇ ਲੋਕ ਨੇ ਉਹਨਾਂ ਤੱਕ ਸਾਡੀ ਜਿਹੜਾ ਨਾ ਸਾਡੇ ਅੰਦਰ ਉਹ ਸਖਤ ਹੀ ਨਹੀਂ ਕਿ ਅਸੀਂ ਜਿਹੜਾ ਨਾ ਇਹਤਜਾਜ ਰਿਕਾਰਡ ਕਰਾ ਸਕੀਏ ਕਿ ਵੀ ਇੱਕ ਲੀਗਲ ਕੰਮ ਨੂੰ ਇਨਲੀਗਲ ਕਰਾਰ ਦੇਣਾ ਔਰ ਫਿਰ ਕਹਿਣਾ ਕਿ ਇਨਲੀਗਲ ਕਰ ਸਕਦੇ ਹੋ ਲੇਕਿਨ ਲੀਗਲ ਨਹੀਂ ਕਰ ਸਕਦੇ। ਯਾਨੀ ਅਸੀਂ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਜਾਂ ਜਿਹੜੇ ਲੋਕ ਚਾਹੁੰਦੇ ਨੇ, ਜਿਹੜੇ ਇੱਥੇ ਵੀ ਪੜ੍ਹੇ ਲਿਖੇ ਲੋਕ ਨੇ, ਉਹ ਚਾਹੁੰਦੇ ਨੇ ਕਿ ਅਸੀਂ ਲੀਗਲ ਤਰੀਕੇ ਨਾਲ ਕੰਮ ਕਰੀਏ, ਲੇਕਿਨ ਉਹਨਾਂ ਨੂੰ ਕਰਨ ਨਹੀਂ ਦਿੱਤਾ ਜਾਂਦਾ। ਉਹਨਾਂ ਦੇ ਅੱਗੇ ਰੋੜੇ ਇੰਨੇ ਅਟਕਾਏ ਜਾਂਦੇ ਨੇ, ਉਹਨਾਂ ਨੂੰ ਇੰਨੀਆਂ ਮੁਸ਼ਕਲਾਂ ਔਰ ਜਿਹੜਾ ਨਾ ਪਰੇਸ਼ਾਨ ਇੰਨਾ ਕੀਤਾ ਜਾਂਦਾ ਹੈ ਕਿ ਆਖਰਕਾਰ ਉਹ ਥੱਕ ਕੇ ਫਿਰ ਛੱਡ ਦਿੰਦੇ ਨੇ। ਉਹ ਕਹਿੰਦੇ ਨੇ ਅਸੀਂ ਕੋਈ ਹੋਰ ਕੰਮ ਕਰ ਲੈਂਦੇ ਔਰ ਫਿਰ ਉਹ ਐਸਾ ਕੰਮ ਕਰਦੇ ਨੇ ਕਿ ਜਿਹੜਾ ਸਮਝ ਲਓ ਕਿ ਉਹਨਾਂ ਦੀ ਵਿਚਾਰਿਆਂ ਦੀ ਪਸੰਦੀਦਾ ਨਹੀਂ ਹੁੰਦਾ, ਨਾ ਹੀ ਉਹਨਾਂ ਦੀ ਮਰਜ਼ੀ ਦਾ ਹੁੰਦਾ, ਲੇਕਿਨ ਉਹ ਮਜਬੂਰ ਨੇ ਕਿ ਭਈ ਜਿਸ ਰਿਆਸਤ 'ਚ ਅਸੀਂ ਰਹਿ ਰਹੇ ਹਾਂ ਉੱਥੇ ਹਾਲਾਤ ਇਸ ਤਰ੍ਹਾਂ ਦੇ ਨੇ, ਹਾਲਾਤ ਪੈਦਾ ਕੀਤੇ ਜਾਂਦੇ ਨੇ। ਜਦ ਕਿ ਇਹ ਕੰਮ ਤੁਸੀਂ ਬਾਹਰ ਕਿਸੇ ਕੰਟਰੀ ਦੇ ਵਿੱਚ ਕਰਨਾ ਚਾਹੋ ਜਾਂ ਕੋਈ ਚੀਜ਼ ਬਣਾਉਣੀ ਚਾਹੋ ਜਾਂ ਤੁਸੀਂ ਕੋਈ ਕਾਰੋਬਾਰ, ਯਕੀਨ ਕਰੋ ਬਈ ਉਹ ਗੌਰਮੈਂਟਾਂ, ਉਹ ਲੋਕ ਉਹ ਤੁਹਾਡੇ ਨਾਲ ਇੰਨਾ ਤਾਵਨ ਕਰਨਗੇ ਔਰ ਫਿਰ ਜਿਸ ਤਰ੍ਹਾਂ ਤਰੀਕਾਕਾਰ ਹੈ ਉਹਨਾਂ ਦਾ ਉਹਦੇ ਮੁਤਾਬਕ ਤੁਸੀਂ ਚੱਲਦੇ ਜਾਓ। ਤੁਹਾਨੂੰ ਇੱਕ ਲਮਹੇ ਵਾਸਤੇ ਵੀ ਉਹ ਪਰੇਸ਼ਾਨ ਨਹੀਂ ਕਰਨਗੇ, ਬਲਕਿ ਮਦਦ ਕਰਨਗੇ, ਸਪੋਰਟ ਕਰਨਗੇ, ਤੁਹਾਨੂੰ ਅੱਗੇ ਅਗਲਾ ਰੂਟ ਦੇਣਗੇ ਕਿ ਬਈ ਇਹਨੂੰ ਇਸ ਤਰ੍ਹਾਂ ਕਰ, ਆਸਾਨ ਹੈ। ਪਹਿਲੇ ਨਾਲੋਂ ਵੀ ਹੁਣ ਆਸਾਨੀਆਂ ਪੈਦਾ ਕਰਨ ਦੇ, ਲੇਕਿਨ ਸਾਡੀਆਂ ਪਹਿਲੇ ਨਾਲੋਂ ਵੀ ਮੁਸ਼ਕਲਾਂ ਦੇ ਪਾਸੇ ਭੇਜਣਗੇ, ਉੱਥੇ ਭੇਜਣਗੇ ਜਿੱਥੇ ਬੰਦਾ ਸੋਚ ਵੀ ਨਹੀਂ ਸਕਦਾ। ਅਤੇ ਉਸ ਵਜ੍ਹਾ ਨਾਲ ਲੋਕ ਫਿਰ ਕਾਰੋਬਾਰੀ ਹਜ਼ਰਾਤ, ਤਾਜਰ ਲੋਕ ਜਿਹੜੇ ਬਰੂਨੇ ਮੁਲਕੋਂ ਪੈਸਾ ਲੈ ਕੇ, ਸਰਮਾਇਆ ਲੈ ਕੇ ਇੱਥੇ ਆਉਣਾ ਚਾਹੁੰਦੇ ਨੇ, ਇੱਥੇ ਕੰਮ ਕਰਨਾ ਚਾਹੁੰਦੇ ਨੇ, ਲੇਕਿਨ ਉਹਨਾਂ ਦਾ ਦਿਲ ਟੁੱਟ ਜਾਂਦਾ। ਉਹ ਘਬਰਾਹਟ ਔਰ ਪਰੇਸ਼ਾਨੀਆਂ ਦੀ ਵਜ੍ਹਾ ਨਾਲ ਔਰ ਘਰੇਲੂ ਮਾਮਲਾਤ, ਉਹ ਫਿਰ ਵਿਚਾਰੇ ਨਹੀਂ ਇੱਥੇ ਇਨਵੈਸਟ ਕਰਦੇ। ਉਹ ਸਾਰੀ ਜ਼ਿੰਦਗੀ ਉਹ ਫਿਰ ਬਰੂਨੇ ਮੁਲਕ ਹੀ ਆਪਣੀ ਔਰ ਫੈਮਲੀਆਂ ਵੀ ਔਰ ਕਈ ਸਾਰੇ ਉਹਨਾਂ ਦੇ ਐਸੇ ਮਾਮਲਾਤ ਨੇ ਕਿ ਜਿਹੜਾ ਉਹਨਾਂ ਨੂੰ ਕਬਰ ਤੱਕ ਲੈ ਜਾਂਦੇ ਨੇ, ਲੇਕਿਨ ਉਹ ਇਸ ਮੁਲਕ ਦੇ ਵਿੱਚ ਆਣ ਕੇ ਅਮਨੋ ਅਮਾਨ ਔਰ ਇੱਥੇ ਰਿਆਸਤ ਦੀਆਂ ਜਿਹੜੀਆਂ ਜ਼ਿੰਮੇਦਾਰੀਆਂ ਔਰ ਜਿਹੜੇ ਉਹਦੇ ਵਿੱਚ ਉਹਨਾਂ ਦਾ ਇੰਟਰਫੇਅਰ ਨਹੀਂ ਹੁੰਦਾ। ਕਿਉਂ ਕਿ ਉਹ ਬਦਜ਼ਨ ਹੋ ਚੁੱਕੇ ਨੇ, ਉਹਨਾਂ ਦਾ ਦਿਲ ਟੁੱਟ ਚੁੱਕਿਆ। ਉਹਨਾਂ ਨੇ 1 2 4 ਦਫਾ ਟਰਾਈ ਕੀਤੀ ਹੈ ਕਿ ਅਸੀਂ ਇੱਥੇ ਰਵੀਏ, ਬਸੀਏ, ਇਹਨਾਂ ਦੇ ਆਪਣੇ ਮੁਲਕ ਦੇ ਵਿੱਚ ਆਪਣਾ ਜਿਹੜਾ ਨਾ ਸਰਮਾਇਆ ਲਾਈਏ, ਲੇਕਿਨ ਉਹ ਜਦੋਂ ਦੇਖਦੇ ਨੇ ਇੱਥੇ ਦੇ ਹਾਲਾਤ, ਇੱਥੇ ਦੇ ਮਾਮਲਾਤ ਔਰ ਇੱਥੇ ਦੇ ਲੋਕ ਕਿ ਹਰ ਗੱਲ ਦੇ ਪਿੱਛੇ ਇੱਕ ਰਾਜ਼, ਹਰ ਇਦਾਰੇ ਦੇ ਵਿੱਚ ਕੋਈ ਨਾ ਕੋਈ ਜਨਾਬ ਮੇਰੀ ਇਸ ਕਿਸਮ ਦੀਆਂ ਕਾਲੀਆਂ ਭੇੜਾਂ ਹੈ ਨੇ ਜਿਹੜੀਆਂ ਕੰਮ ਕਰਨ ਹੀ ਨਹੀਂ ਦਿੰਦੀਆਂ। ਅਗਰ ਤੁਸੀਂ ਚਾਹੋਗੇ ਵੀ ਕਿ ਬਈ ਮੈਂ ਬਿਲਕੁਲ ਸਟੇਟ ਫਾਰ ਯਾਨੀ ਤੁਹਾਡਾ ਜਿਹੜਾ ਹੱਕ ਹੈ ਉਹ ਵੀ ਤੁਹਾਨੂੰ ਨਹੀਂ ਦਿੱਤਾ ਜਾਏਗਾ। ਅਤੇ ਬਹਰਹਾਲ ਲੰਮੀ ਇੱਕ ਬਹਿਸ ਹੋ ਗਈ ਹੈ। ਮੈਂ ਜਿਹੜੀ ਅਸਲ ਮੌਜੂ 'ਤੇ ਆਉਣਾ ਚਾਹੁੰਦਾ ਸੀ ਕਿ ਬੜਾ ਸੌਖਾ ਜਿਹਾ ਛੋਟੇ ਕਾਰੋਬਾਰ ਸਾਡੇ ਘਰਾਂ ਦੇ ਵਿੱਚ ਅਸੀਂ ਕਰ ਸਕਦੇ ਹਾਂ। ਯਕੀਨ ਕਰੋ, ਅਸੀਂ ਘਰਾਂ ਦੇ ਵਿੱਚ ਆਪਣੀਆਂ ਛੱਤਾਂ 'ਤੇ, ਆਪਣੇ ਬੈਠਕ ਵਿੱਚ, ਆਪਣੇ ਯਾਨੀ ਛੋਟਾ ਜਿਹਾ ਕੋਈ ਤੁਹਾਡੇ ਕੋਲ ਹਾਲ ਹੈ, ਉਹਦੇ ਵਿੱਚ ਵੀ ਤੁਸੀਂ ਲੱਖਾਂ ਰੁਪਈਏ ਕਮਾ ਸਕਦੇ ਹੋ ਜੇ ਅਗਰ ਸਾਨੂੰ ਕਰਨ ਦਿੱਤਾ ਜਾਏ। ਲੇਕਿਨ ਸਾਨੂੰ ਇੰਨੀਆਂ ਯਾਨੀ ਸਾਨੂੰ ਇਹ ਚਾਹੁੰਦੇ ਨੇ ਕਿ ਵੀ ਇਹ ਪੁੱਠਾ ਕੋਈ ਕੰਮ ਕਰਨ ਔਰ ਫਿਰ ਉਸ ਪੁੱਠ ਦੇ ਵਿੱਚ ਅਸੀਂ ਇਹਨਾਂ ਨੂੰ ਫੜੀਏ ਅਤੇ ਫਿਰ ਇਹਨਾਂ ਨੂੰ ਇਹ ਨਾ ਕਹੀਏ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ। ਫਿਰ ਕਹਿੰਦੇ ਨੇ ਸਾਨੂੰ ਕਿੰਨੇ ਦਿਓ ਦੇ,
ਯਾਨੀ ਇਹ ਉੱਤੋਂ ਦੀ ਲੰਘਣ ਵਾਲੇ ਪੈਸਿਆਂ ਨੂੰ ਆਪਣਾ ਯਾਨੀ ਹੱਕ ਸਮਝਦੇ ਨੇ, ਲੀਗਲ ਸਮਝਦੇ ਨੇ, ਲੇਕਿਨ ਜਿਹੜਾ ਲੀਗਲ ਪ੍ਰੋਸੀਜਰ ਨਾਲ ਗਵਰਨਮੈਂਟ ਦੇ ਅਦਾਰੇ ਔਰ ਗਵਰਨਮੈਂਟ ਦੇ ਖਜ਼ਾਨੇ 'ਚ ਪੈਸੇ ਜਾਂਦੇ ਨੇ ਉਹਨੂੰ ਇਹ ਇਲੀਗਲ ਜਿਹੜੇ ਨਾ ਸਮਝਦੇ ਨੇ, ਜਿਹਦੀ ਵਜ੍ਹਾ ਨਾਲ ਸਾਡੇ ਰੋੜੇ ਅਟਕਾਉਂਦੇ ਨੇ ਕਿ ਤੁਸੀਂ ਪੁੱਠਾ ਕੰਮ ਕਰੋ, ਫਿਰ ਅਸੀਂ ਆਵਾਂਗੇ, ਫਿਰ ਸਾਨੂੰ ਚਾਹ ਪਾਣੀ ਦਿਓ, ਔਰ ਉਸ ਚਾਹ ਪਾਣੀ ਦੇ ਮੁਤਾਬਕ ਤੁਸੀਂ ਫਿਰ ਸਾਰੀ ਜ਼ਿੰਦਗੀ ਚੋਰਾਂ ਦੇ ਚੋਰ ਹੀ ਰਹੇ। ਮਤਲਬ ਕਿ ਜਦੋਂ ਤੁਸੀਂ ਇਲੀਗਲ ਕੰਮ ਕਰੋਗੇ ਤਾਂ ਯਕੀਨਨ ਤੁਸੀਂ ਚੋਰ ਹੋ, ਤੁਸੀਂ ਫਿਰ ਆਪਣੇ ਮੁਲਕ ਨਾਲ ਵੀ ਗੱਦਾਰੀ ਕਰ ਰਹੇ ਹੋ, ਆਪਣੇ ਲੋਕਾਂ ਨਾਲ ਵੀ ਕਰ ਰਹੇ ਹੋ, 2 ਨੰਬਰੀ ਵੀ ਕਰ ਰਹੇ ਹੋ, ਖੌਫਜ਼ਦਾ ਵੀ ਹੋ। ਤੁਹਾਡੇ ਦਿਲ ਦੇ ਵਿੱਚ ਉਹੀ ਕੰਮ ਜਿਹੜਾ 100 ਰੁਪਏ ਦਾ ਉਹ ਤੁਸੀਂ 5000 'ਚ ਕਰ ਰਹੇ ਹੋ, ਲੇਕਿਨ ਇਲੀਗਲ ਕਰਨ ਦੇਣਾ, ਲੀਗਲ ਨਹੀਂ ਕਰਨ ਦੇਣਾ। ਮਤਲਬ ਕਿ ਪੁੱਠੇ ਤਰੀਕੇ ਨਾਲ ਕਰਨ ਦੇਣਾ। ਕਰ ਰਹੇ ਨੇ ਲੋਕ, ਪੂਰੇ ਮੁਲਕ 'ਚ ਕਰ ਰਹੇ ਨੇ, ਲੇਕਿਨ ਉਹਨਾਂ ਨੂੰ ਅਗਰ ਇਜਾਜ਼ਤ ਦਿੱਤੀ ਜਾਏ, ਉਹਨਾਂ ਦੇ ਕੋਈ ਅੱਛੇ ਅਫੀਸਰ ਹੋਵਣ ਹਰ ਮਹਿਕਮੇ ਦੇ ਵਿੱਚ ਜਿਹਦੀ ਕੋਈ ਸ਼ਿਕਾਇਤ ਹੋ ਸਕੇ ਕਿ ਅਗਰ ਮੈਂ ਕਹਿੰਦਾ ਅਗਰ ਕਿਸੇ ਅਦਾਰੇ ਦੇ ਵਿੱਚ 5000 ਬੰਦਾ ਹੈ, 10000 ਬੰਦਾ ਹੈ, 200 ਬੰਦਾ, ਜਿੰਨੇ ਵੀ ਨੇ, ਇੱਕ ਸ਼ਖਸ ਜਿਹੜਾ ਅਫੀਸਰ ਹੈ ਉਹ ਕਹੇ ਕਿ ਇਹਦੇ ਖਿਲਾਫ ਕੋਈ ਵੀ ਮੇਰੇ ਦਫ਼ਤਰ ਦੇ ਮੇਰੇ ਮੁਤਹਿਦ ਨੇ ਜਾਂ ਮੇਰੇ ਇਦਾਰੇ ਦੇ ਖਿਲਾਫ ਕੋਈ ਵੀ ਬੰਦਾ ਅਗਰ ਤੁਹਾਨੂੰ ਕੋਈ ਸ਼ਿਕਾਇਤ ਹੈ ਤਾਂ ਇਸ ਨੰਬਰ 'ਤੇ ਮੈਸੇਜ ਕਰੋ, ਭਾਵੇਂ ਮਹੀਨੇ ਬਾਅਦ, 30 ਦਿਨਾਂ ਬਾਅਦ, 60 ਦਿਨਾਂ ਬਾਅਦ, 90 ਦਿਨ ਬਾਅਦ ਤੁਹਾਨੂੰ ਉਹਦਾ ਰਿਸਪਾਂਸ ਲੱਭੇਗਾ। ਮੈਂ ਕਹਿੰਦਾ ਮੈਂ ਦੇਖਣਾ ਵੀ ਕਿਹੜਾ ਬੰਦਾ ਤੁਹਾਨੂੰ ਲੈਣ ਤੋਂ ਲਾਉਂਦਾ, ਲੇਕਿਨ ਚੂੰਕਿ ਉਹਦੀ ਲਿਖਿਆ ਸਾਰੀਆਂ ਜਗ੍ਹਾ 'ਤੇ, ਲੇਕਿਨ ਅਮਲ ਦਰਾਮਦ ਕੋਈ ਨਹੀਂ, ਉਸ ਵਜ੍ਹਾ ਨਾਲ ਉਹ ਸਿਰਫ ਆਵਣ ਦੀ ਤਨਖਾਹ ਲੈਂਦੇ ਨੇ। ਉਹ ਕਹਿੰਦੇ ਨੇ ਅਸੀਂ ਆ ਗਏ ਆ, ਇਹਦੀ ਤਨਖਾਹ ਹੋ ਗਈ, ਹੁਣ ਤੁਸੀਂ ਕੰਮ ਕਰਵਾਉਣਾ ਉਹਦੇ ਪੈਸੇ ਦਿਓ। ਅਜੀਬ ਇਸ ਮੁਲਕ ਦੇ ਵਿੱਚ ਸਿਸਟਮ ਚੱਲਦਾ ਪਿਆ ਕਿ ਤੁਸੀਂ ਜਿਸ ਦਫ਼ਤਰ 'ਚ ਵੀ ਜਾਣਾ ਨਾ, ਉਹ ਕਹਿੰਦੇ ਨੇ ਪਹਿਲਾਂ ਤਾਂ ਉਹ ਲੱਭਦਾ ਨਹੀਂ, ਜੇ ਉਹ ਲੱਭ ਗਿਆ ਤਾਂ ਉਹ ਆ ਗਿਆ, ਤੇ ਫਿਰ ਉਹ ਤੁਹਾਨੂੰ ਕਹੇਗਾ ਕਿ ਅੱਛਾ ਇਹ ਕੰਮ ਹੈ। ਇਹ ਤਾਂ ਬੜਾ ਮੁਸ਼ਕਿਲ ਹੈ, ਇਹ ਤਾਂ ਹੋ ਨਹੀਂ ਸਕਦਾ। ਉਹਦੇ 'ਚ ਇਸ ਕਿਸਮ ਦੇ ਸਵਾਲ ਕਰਨ ਦੇ ਕਿ ਉਹ ਬੰਦਾ ਹੈਰਾਨ ਰਹਿ ਜਾਏਗਾ ਕਿ ਬਈ ਮੈਂ ਇੱਥੇ ਆਇਆ ਸਹੀ ਕੰਮ ਕਰਾਉਣੇ ਵਾਸਤੇ, ਤੇ ਇਹ ਮੈਨੂੰ ਕਹਿ ਰਹੇ ਨੇ ਇਹ ਹੋ ਹੀ ਨਹੀਂ ਸਕਦਾ। ਥੋੜ੍ਹੀ ਦੇਰ ਬਾਅਦ ਕੋਈ ਬੰਦਾ ਤੁਹਾਨੂੰ ਮਿਲੇਗਾ ਤੇ ਉਹ ਕਹੇਗਾ ਛੱਡੋ ਜੀ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਹੋ, ਇੱਥੇ ਉਹ ਨਹੀਂ ਹੈ ਵੀ ਕਿ ਵੀ ਤੁਸੀਂ ਉਹਦਾ ਮੈਨੂੰ ਇਹ ਫਲਾਣੀ ਚੀਜ਼ ਦਿਓ ਤੇ ਇੰਨੇ ਪੈਸੇ ਦਿਓ ਤੇ ਤੁਹਾਡਾ ਕੰਮ। ਉਹ ਅਸੀਂ 10 ਚੀਜ਼ਾਂ ਲੈ ਗਏ, ਉਹ ਕਹਿੰਦਾ ਭਾਈ ਤੁਸੀਂ 2 ਚੀਜ਼ਾਂ ਦਿਓ, 8 ਤੁਸੀਂ ਕੋਲੇ ਰੱਖੋ ਤੇ ਪੈਸੇ ਦਿਓ ਤੇ ਤੁਹਾਡਾ ਹੁਣੇ ਕੰਮ ਹੋ ਜਾਂਦਾ। ਅਸੀਂ 10 ਦੇ ਰਹੇ ਹਾਂ ਤੇ ਉਹ ਨਹੀਂ ਲੈ ਰਹੇ, ਉਹ ਕਹਿੰਦੇ ਨੇ ਸਾਰੀਆਂ ਫੇਲ ਨੇ। ਬਾਅਦ 'ਚ ਉਹਨਾਂ ਵਿੱਚੋਂ 2 ਹੀ ਸਿਰਫ ਚਾਹੀਦੀਆਂ ਹੁੰਦੀਆਂ ਨੇ, ਉਹਨਾਂ ਵਿੱਚੋਂ ਹੀ ਉਹ ਪੈਸੇ ਜਦੋਂ ਨਾਲ ਜਾਂਦੇ ਨੇ ਤੇ ਅਜੀ ਇਹਦੇ 'ਤੇ ਜਿੰਨੀ ਮਰਜ਼ੀ ਉਹ ਇੱਕ ਮਾਲਿਸ਼ ਕਰਦਾ ਪਿਆ ਇੱਕ ਦਾੜੀ ਰੱਖੇ ਹੋਏ ਬੰਦੇ ਨਾਲ, ਯਾਨੀ ਇਹ ਬੜੀ ਜਿਹੜਾ ਨਾ ਹੈਰਾਨਗੀ ਵਾਲੀ ਗੱਲ ਹੈ ਕਿ ਬਈ ਦਾੜੀ 'ਤੇ ਬੜਾ ਬੰਦੇ ਫੋਕਸ ਕਰਦੇ ਨੇ। ਦਾੜੀ ਰੱਖੀ ਉਹਦੇ ਕੋਲ ਮਾਲਿਸ਼ ਕਰਦਾ ਸੀ ਪਿਆ ਤੇ ਇੱਕ ਬੰਦਾ ਆਇਆ, ਆਈ ਸਾਹਿਬ ਸਲਾਮ ਅਲੈਕਮ, ਕੀ ਹਾਲ ਹੈ, ਠੀਕ ਹੋ ਜੀ, ਖੈਰ ਖਰੀਏ ਤੇ ਮਾਲਿਸ਼ ਕਰਾਉਂਦੇ ਹੋ ਪਏ ਜੀ, ਮਾਲਿਸ਼ ਕਰਾਉਂਦੇ ਪਏ। ਆਈ ਸਾਹਿਬ ਮੈਂ ਨਾ 1 ਮਿੰਟ ਵਾਸਤੇ ਇਹ ਸਾਹਮਣੇ ਨਾ ਇਹ ਚੌਂਕ 'ਚ ਹੋ ਕੇ ਆਇਆ ਜੇ ਤੇ ਮੈਂ ਸਾਈਕਲ ਤੁਹਾਡੀ ਲੈ ਚੱਲਾਂ। ਉਹ ਭਾਈ ਸਾਹਿਬ ਉੱਥੇ ਲੇਟੇ ਨੇ, ਉਹਨਾਂ ਨੇ ਕਿਹਾ ਅੱਛਾ ਚਲੋ ਠੀਕ। ਭਾਈ ਸਾਹਿਬ ਨੇ ਸਮਝਿਆ ਸ਼ਾਇਦ ਕੋਈ ਬੰਦਾ ਜਾਣਨ ਵਾਲਾ ਹੀ ਹੈ, ਵਾਕਫ ਹੀ ਹੈ, ਤਾਂ ਹੀ ਜਿਹੜਾ ਉਹਨੇ ਕਿਹਾ, ਤੇ ਲੇਕਿਨ ਭਾਈ ਸਾਹਿਬ ਉਹਨੂੰ ਨਹੀਂ ਜਾਣਦੇ। ਉਹ ਬੰਦਾ ਗਿਆ, ਵਾਪਸ ਕੋਈ ਨਹੀਂ ਆਇਆ। 10 ਮਿੰਟ, ਅੱਧਾ ਘੰਟਾ ਗੁਜ਼ਰ ਗਿਆ। ਉਹ ਮਾਲਸ਼ੀ ਕਹਿੰਦਾ ਭਾਈ ਸਾਹਿਬ ਉਹ ਬੰਦਾ ਤੁਹਾਡਾ ਵਾਕਫ ਸੀ, ਤੁਹਾਡੇ ਜਾਣਨ ਵਾਲਾ ਸੀ, ਤੁਹਾਡੇ ਨਾਲ ਗੱਪਾਂ ਮਾਰਦਾ ਸੀ, ਬਸ ਸਾਈਕਲ ਲੈ ਗਿਆ। ਭਾਈ ਸਾਹਿਬ ਕਹਿੰਦੇ ਨੇ ਮੈਨੂੰ ਤਾਂ ਪਤਾ ਕੋਈ ਨਹੀਂ, ਬਸ ਪੁੱਛਦਾ ਕਿਛਦਾ ਸੀ ਤੇ ਮੈਂ ਵੀ ਉਹਨੂੰ ਖੈਰ ਖਰੀਏ ਦੱਸ ਛੜੀ ਹੈ, ਤੇ ਹੋਰ ਤੇ ਮੇਰਾ ਮੈਂ ਨਹੀਂ ਜਾਣਦਾ ਉਹਨੂੰ। ਮੈਂ ਤਾਂ ਮਰ ਗਿਆ, ਲੁੱਟ ਗਿਆ, ਮੇਰਾ ਤਾਂ ਰਿਹਾ ਕੱਖ ਨਹੀਂ। ਉਹ ਮੈਨੂੰ ਗਰੀਬ ਆਦਮੀ ਆ। ਉਹਨਾਂ ਨੇ ਭਾਈ ਸਾਹਿਬ ਨੇ ਕਿਹਾ ਚਲੋ ਆਓ ਮੈਂ ਤੈਨੂੰ ਨਾ ਯਾਰ ਸਾਈਕਲ ਹੋਰ ਲੈ ਦਿੰਦਾ, ਰੋਣਾ ਹੈ ਵੀ, ਚਲਾ ਮੇਰੇ ਨਾਲ। ਉਹ ਸਾਈਕਲ ਵਾਲੀ ਦੁਕਾਨ 'ਤੇ ਗਿਆ, ਸਾਈਕਲ ਉਹਨੂੰ ਕਿਹਾ, ਕਹਿੰਦਾ ਚੰਗਾ ਜਿਹਾ ਸਾਈਕਲ ਦਿਓ, ਉਹ ਸਭ ਤੋਂ ਜਿਹੜਾ ਚੰਗਾ ਜਿਹੜਾ ਨਾ ਉਹ ਇਹ ਦਿਓ। ਉਹ ਚੰਗਾ ਜਿਹਾ ਸਾਈਕਲ ਦਿੱਤਾ ਤੇ ਉਹ ਕਹਿੰਦਾ ਭਾਈ ਸਾਹਿਬ ਸਾਈਕਲ ਤਾਂ ਸਹੀ ਹੈ, ਉਹ ਬੜਾ ਵਧੀਆ ਹੈ, ਮੇਰੇ ਵਾਲੇ ਸਾਈਕਲ ਨਾਲ ਤਾਂ ਕਈ ਦਰਜੇ ਬਿਹਤਰ ਹੈ, ਤੇ ਬਸ ਇਹਨੂੰ ਨਾ ਕਹੋ ਕਿ ਵੀ ਮੈਨੂੰ ਟੈਟ ਸ਼ੈਟ ਕਰ ਦੇ। ਇਹ ਉਰਾ ਲਿਆ, ਮੈਂ ਇੱਕ ਟਰਾਈ ਕਰਨਾ ਆ ਤੇ ਫਿਰ ਜਿਹੜਾ ਨਾ ਤੁਹਾਨੂੰ ਇਹਨੂੰ ਕਹਿਣਾ ਕਿ ਵੀ ਤੁਹਾਨੂੰ ਇਹਦੇ ਟੈਟ ਕਰ ਦੇ ਔਰ ਬਾਕੀ ਚੀਜ਼ਾਂ ਦੇ ਤਲਾ ਦੇ। ਠੀਕ। ਉਹ ਭਾਈ ਸਾਹਿਬ ਗਏ, ਉਹ ਪਰਤ ਗਿਆ, ਭਾਈ ਸਾਹਿਬ ਵੀ ਕੋਈ ਨਹੀਂ ਆਏ। ਉਹ ਸਾਈਕਲ ਵਾਲੇ ਨੂੰ ਉਸ ਸਾਈਕਲ ਦੇ ਵੀ ਪੈਸੇ ਦੇਣੇ ਪੈ ਗਏ। ਸਾਡੇ ਮੁਲਕ 'ਚ ਜਿਹੜਾ ਬੰਦਾ ਆਉਂਦਾ ਨਾ ਉਹ ਸਮਝ ਲਓ ਸਾਰੇ ਭਾਈ ਸਾਹਿਬ ਨੇ, ਔਰ ਉਹ ਸਾਡੀ ਆਵਾਮ ਨੂੰ ਇਹਨਾਂ ਨੇ ਮਾਲਸ਼ੀ ਬਣਾਇਆ ਹੈ। ਔਰ ਜਿਹੜਾ ਵਜ਼ੀਰ ਆਜ਼ਮ, ਜਿਹੜਾ ਵਜ਼ੀਰ ਆਲਾ, ਜਿਹੜਾ ਕੋਈ ਵੀ ਆਉਂਦਾ ਹੈ ਉਹ ਸਮਝਦਾ ਕਿ ਵੀ ਮੈਂ ਬਹੁਤ ਚੰਗਾ ਹਾਂ। ਪਹਿਲੇ ਸਾਰੇ ਭੈੜੇ ਸਨ, ਔਰ ਮੈਂ ਦੇਖਿਓ ਹੁਣ ਤੁਹਾਨੂੰ ਜਨਾਬ ਮੇਰੀ ਕਿਸ ਤਰ੍ਹਾਂ ਜਿਹੜਾ ਨਾ ਇੰਝ ਦੁੱਧ ਦੇ ਵਿੱਚੋਂ ਜਿਹੜਾ ਨਾ ਤੁਹਾਨੂੰ ਸ਼ਹਿਦ ਪਾ ਕੇ ਖਵਾਲਣਾ। ਫਿਰ ਉਹ ਪਹਿਲੇ ਤਾਂ ਉਹਨਾਂ ਨੇ ਕਸਮ ਖਾਧੀ ਹੁੰਦੀ ਹੈ ਨਾ, ਪਹਿਲੀ ਤਾਂ ਉਹਨਾਂ ਦੀ
ਇੰਝ ਜਿਸ ਤਰ੍ਹਾਂ ਕਿ ਉਹਨਾਂ ਨੇ ਮੱਕੇ ਜਾ ਕੇ ਕਸਮ ਖਾਧੀ ਕਿ ਪਹਿਲੇ 3 ਸਾਲ ਤੇ ਸਮਝ ਲਓ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਸਾਡੇ ਕੋਲ ਇਹ ਵਜ਼ਾਰਤ ਹੈ ਔਰ ਇਹ ਸਾਡੀ ਜ਼ਿੰਮੇਵਾਰੀਆਂ ਨੇ ਔਰ ਇਹ ਅਸੀਂ ਕੱਲ੍ਹ ਲਈਏ ਕਸਮਾਂ ਚੁੱਕ 3 ਸਾਲਾਂ ਤੋਂ ਬਾਅਦ ਜਦੋਂ ਉਹ ਜਾਣ ਵਾਲੇ ਹੁੰਦੇ ਨੇ ਨਾ, ਤੇ ਫਿਰ ਉਹ ਕਾਰਨਾਮੇ ਸਾਰਾ ਅੰਜਾਮ ਐਸੇ ਐਸੇ ਦਿੰਦੇ ਨੇ, ਐਸੇ ਐਸੀਆਂ ਗੱਲਾਂ ਕਰਨ ਦੇ, ਐਸੇ ਐਸੇ ਉਹ ਅਲਫਾਜ਼ ਬੋਲਣਗੇ ਔਰ ਐਸੇ ਐਸੇ ਪ੍ਰੋਜੈਕਟ ਸ਼ੁਰੂ ਕਰਨ ਦੇ, ਤਾਂ ਕਿ ਅਸੀਂ ਅਗਲੇ ਜਦੋਂ ਫਿਰ ਇਹਨਾਂ ਦੇ ਕੋਲੇ ਜਾਈਏ ਤੇ ਅਸੀਂ ਆਖੀਏ ਅਸੀਂ ਕੰਮ ਕੀਤੇ ਨਹੀਂ ਹਨ। 3 ਸਾਲ ਉਹ ਜ਼ਲੀਲੋ ਖਵਾ